एक माँ की स्थिति को सर्वोत्तम माना जाता है। जो एक माँ 9 महीने के बाद गर्भवती होने पे जन्म देती है, अब बड़ा होकर वही बेटा अपनी माँ पे अत्याचार कर रहा है, जिसका ताज़ा उदाहरण नापा प्रखंड के रायमल माजरी गांव में देखा जा सकता है। बुजुर्ग मां स्वर्ण कौर के बेटे और उसकी पत्नी पर उसे फिर से प्रताड़ित करने का आरोप लगाया गया। बुजुर्ग मां स्वर्ण कौर ने कहा है कि मुझे मेरे बेटे और बहू ने पीटा है, मुझे पेशाब भी पिलाया गया है। प्रशासन के किसी अधिकारी की रिपोर्ट भी दर्ज नहीं की और मुझे कुछ उम्मीदें थी। मामला महिला आयोग तक पहुंच गया। महिला आयोग की अधीक्षक मनीषा गुलाटी ने फेसबुक पे लाइव होकर जिला एसडीएम और वहीं अधिकारियों को भी गुस्सा दिखाया है कि एक बुजुर्ग महिला की शिकायत पे कोई कार्रवाई नहीं हुई है, तो मुझे बुजुर्ग महिला को आश्वासन दिया है कि दोषियों के खिलाफ कार्रवाई की जाएगी। बुजुर्ग महिला स्वर्ण कौर ने कहा है कि पहले मेरे पति को कैंसर था और उन्हें मेरे बेटे को पीट पीट कर मार डाला और अब मुझे भी कैंसर है और मुझे भी मारना चाहती है। 2 ਸਾਲ ਤੋਂ ਮਾਰਕੁੱਟ ਹੋ ਰਹੀ ਹੈ ਬਹੁਤ ਜ਼ਿਆਦਾ। ਜਦੋਂ ਇਹਨਾਂ ਨੇ ਆਪਣੀ ਪ੍ਰੋਬਲਮਸ ਦੱਸੀਆਂ ਕਿ ਇਹਨਾਂ ਦੀ ਨੂੰਹ ਨੇ ਇਹਨਾਂ ਨੂੰ ਯੂਰਿਨ ਪਿਲਾਇਆ, ਸਿਰ 'ਚ ਮਾਰਿਆ, ਵਾਲੀਆਂ ਖਿੱਚੀਆਂ, ਘਰ ਦੀ ਲਾਈਟ ਨਹੀਂ ਹੈ ਜੀ, ਬਿਨਾਂ ਲਾਈਟ ਦੇ ਰਹਿ ਰਹੇ ਆ। ਜਿਹੜੇ ਇਹਨਾਂ ਦਾ ਇੱਕ ਬੇਟਾ ਉਹ ਇਹਨਾਂ ਦੀ ਹੈਲਪ ਕਰ ਰਿਹਾ, ਤਾਂ ਉਹ ਜਿਹੜਾ ਰਾਸ਼ਨ ਪਾਣੀ ਦੇ ਕੇ ਜਾਂਦਾ ਤਾਂ ਇਹਨਾਂ ਦੇ ਨੂੰਹ ਪੁੱਤਰ ਦੂਜੇ ਆ ਕੇ ਉਹ ਰੋਟੀ ਜਿਹੜੀ ਬਣਾਉਂਦੇ ਉਸ ਦੇ ਵਿੱਚ ਪਾਣੀ ਪਾ ਦਿੰਦੇ, ਇਹਨਾਂ ਦਾ ਦੰਦ ਤੋੜ ਦਿੱਤਾ। ਮਤਲਬ ਬਹੁਤ ਪਰੇਸ਼ਾਨ ਕਰ ਰਹੇ ਤਾਂ ਇਹ ਇਮੀਡੀਏਟ ਅਸੀਂ ਇਹਨਾਂ ਦਾ ਜਿਹੜਾ ਮਸਲਾ ਇਹਨਾਂ ਨੇ ਆ ਕੇ ਮੈਨੂੰ ਦੱਸਿਆ ਤਾਂ ਫਿਰ ਅਸੀਂ ਮੈਂ ਚੇਅਰਪਰਸਨ ਨੂੰ ਗੱਲ ਕਰਕੇ ਤੇ ਅਸੀਂ ਫਿਰ ਲਾਈਵ ਹੋਏ, ਇਹਨਾਂ ਦੀ ਸਾਰੀ ਹੋਈ ਪ੍ਰੋਬਲਮ ਸੁਣੀ ਤੇ ਇਹਨਾਂ ਨੂੰ ਅਸੀਂ ਆਸ਼ਵਾਸਨ ਦਿੱਤਾ ਕਿ ਇਹਨਾਂ ਦੀ ਹਰ ਗੱਲ ਦਾ ਸੋਲੂਸ਼ਨ ਜਲਦੀ ਹੀ ਕੱਢਿਆ ਜਾਏਗਾ। ਇਹਨਾਂ ਨੇ ਦੱਸਿਆ ਜੀ ਪੁਲਿਸ 'ਚ ਸੁਣਵਾਈ ਨਹੀਂ ਹੋ ਰਹੀ, ਬਟ ਮੈਂ ਐਸਐਸਪੀ ਸਾਹਿਬ ਨੂੰ ਗੱਲ ਕੀਤੀ ਸੀ ਤਾਂ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਔਰ ਉਹਨਾਂ ਨੇ ਡੀਐਸਪੀ ਨੂੰ ਕੇਸ ਰੈਫਰ ਕਰਤਾ। ਬਟ ਇਹਨਾਂ ਦੀ ਇਹ ਗੱਲ ਸੀ ਕਿ ਪੁਲਿਸ ਜਿਹੜਾ ਥੋੜਾ ਲੇਟ ਕੰਮ ਕਰ ਦੇਗੀ, ਮੈਨੂੰ ਇਮੀਡੀਏਟ ਰਿਐਕਸ਼ਨ ਚਾਹੀਦਾ। दिक्कत जी यही है, मेरे घरों बाहर कटा गया जी, मैं 4 दिन हो गए मंगलवार का ही टुट गए। अच्छा किने कटिया जी? ते मेरी पोती ने, मुंडे ने, मेरे ने, जिंदर सिंह ने, नूंह ने, ते मेरे पेशाब बुलाया गया, अच्छा ते मेरे बाणी कड्ढियां गईयां, ते मेरे मुंडे ने खसम बनाउंदी आ कहीं तेरा खसम ਜਿਹੜੇ ਸੌਦੇ ਪੱਤੇ ਲੈ ਕੇ ਜਾਂਦਾ ਘਰਾਂ ਨਹੀਂ ਉਹਨੂੰ ਵੜਨ ਦਿੰਦੇ, ਜੇ ਕਿਤੇ ਆਉਂਦਾ ਤਾਂ ਇਹ ਕਿਸੇ ਦੂਸਰੇ ਲਾਉਂਦੀ ਆ, ਲੋਕਾਂ ਨੇ ਅਸੀਂ ਸੌਦੇ ਪੱਤੇ ਪਹੁੰਚਾਉਂਦਾ ਤਾਂ ਉਹਦਾ ਮੈਂ ਆਪਦਾ ਗੁਜ਼ਾਰਾ ਕਰਦੀ ਹਾਂ। 2 ਸਾਲ ਹੋ ਗਏ ਤੇ ਮੈਨੂੰ ਇੱਕ ਵੀ ਜੇ ਪਾਣੀ ਕੋੜ ਨਹੀਂ ਦਿੱਤੀ ਹੋਈ। अच्छा ਮੈਨੂੰ ਕੁਛ ਨਹੀਂ ਦਿੱਤਾ ਜੀ ਖਾਣ ਪੀਣ ਨੂੰ, ਨਾ ਇਹਨਾਂ ਨੂੰ। ਆ ਮੇਰਾ ਵਿਹੜੇ ਘਰ ਜਮਾਈ ਰਹਿੰਦਾ ਜਿਹੜਾ ਰਵਿੰਦਰ ਸਿੰਘ, ਇਹੀ ਮੇਰੀ ਪਾਲ ਪੋਸ਼ਣ ਕਰਦਾ ਜੀ। ਹਾਂਜੀ, ਘਰੋਂ ਬਾਹਰ ਕੱਢਿਆ ਜਾਂਦਾ, ਜੇ ਬਾਹਰ ਵਾਗੀ ਤਾਂ ਮੈਨੂੰ ਅੰਦਰ ਹੀ ਵੜਨ ਦਿੰਦੇ, ਅੰਦਰ ਵੜ ਕੇ ਬਾਹਰ ਨਿਕਲਣ ਦਿੰਦੇ ਜਾਂ ਕੁੱਟਮਾਰ ਕਰਦੇ ਨੇ ਤੇ ਕਿਸੇ ਨੂੰ ਗਵਾਂਢੀ ਨੂੰ ਨਹੀਂ ਆਉਣ ਦਿੰਦੇ ਜੀ। ਮੈਂ ਕਿਹਾ ਜੀ ਮੈਂ ਸਾਰੇ ਘਰ ਵੀ ਆਈ ਹਾਂ, ਮੈਂ ਕਿਹੜਾ ਕੁੜਮ ਘਰ ਆਈਆਂ ਵੀ ਸਹੁਰੇ ਘਰ ਆਈਆਂ 50 ਸਾਲ ਹੋ ਗਏ ਮੈਨੂੰ ਕਮਾਈਆਂ ਕਰਦੀ ਨੂੰ, ਮੈਂ ਕਿਉਂ ਜਾਵਾਂ ਉੱਥੇ? ਨਹੀਂ ਮੇਰੀ ਮਰਜ਼ੀ ਹੈ ਜੀ, ਮੈਂ ਜਿੱਥੇ ਮਰਜ਼ੀ ਰਹਾਂ। ਕਹਿੰਦੇ ਨਹੀਂ ਤੈਨੂੰ ਰਹਿਣ ਦੇਣਾ ਹੈਗਾ, ਮਾਰ ਕੇ ਛੱਡਾਂਗੇ। ਅੰਦਰ ਜੀ ਕਹਿੰਦੀ ਅੱਧੇ ਘੰਟੇ ਬਾਗ ਜਾ ਜੇ ਜਾਣਾ ਮੰਗਲਵਾਰ ਦਿਨ, ਨਹੀਂ ਤੈਨੂੰ ਖਤਮੇ ਕਰ ਦਾਂਗੇ। ਮੈਂ ਤਾਂ ਜੀ ਆਪਣੀ ਜਾਨ ਬਚਾ ਕੇ ਆਹੀ ਮੇਰੇ ਲੀੜੇ ਪਾ ਦੇਣ, 4 ਦਿਨ ਹੋ ਗਈ ਧੋਂਦੇ ਨਹੀਂ ਪਾਣੀ ਆ। ਮੇਰੀ ਦਵਾਈ ਬੂਟੀ ਸਾਰੀ ਘਰਾਂ ਲਾਈ ਦੀ ਜੀ, ਕੈਂਸਰ ਦੀ ਮਰੀਜ਼ ਆ ਮੈਂ। ਨਾਲ ਜੀ ਬਹੁਤੀਆਂ ਬੁਰੀਆਂ ਹਰਕਤਾਂ ਹੁੰਦੀਆਂ ਤਾਂ ਮਗਰੇ ਪਹੁੰਚੀਆਂ ਜੀ, ਤੇ ਮੈਨੂੰ ਘਰੋਂ ਬਾਹਰ ਕੱਢਿਆ ਕੁੱਟਮਾਰ ਕਰਕੇ। 4 ਦਿਨ ਹੋ ਗਏ ਜੀ ਮੰਗਲਵਾਰ ਨੂੰ, ਤੇ ਕਹਿੰਦੇ ਤੈਨੂੰ ਜਾਨੋਂ ਮੈਂ ਖਾ ਦਾਂਗੇ ਜੇ ਤਾਂ ਇੱਥੇ ਬੈਠਣਾ, ਬੈਠੇ ਨਹੀਂ ਤੈਨੂੰ ਦੇਣਾ ਹੈਗਾ, ਜਿੱਥੇ ਮਰਜ਼ੀ ਜਾ, ਉਹਦੇ ਖਸ ਕੋਲ ਜਾ, ਜਿੱਥੇ ਮਰਜ਼ੀ ਨਾ ਤੇਰੇ ਬੰਦੇ ਆਉਂਦੇ ਨੇ ਜੀ। ਕੁੱਟਮਾਰ ਜੀ, ਮੇਰਾ ਬੜਾ ਬੇਟਾ ਨੂੰ ਮੇਰੀ ਪੋਤੀ ਤੇ ਨਾ ਕਹਿੰਦੇ ਅਸੀਂ ਤੇਰਾ ਨਹੀਂ ਹੈਗਾ, ਤੇਰਾ ਮੁੰਡਾ ਨਹੀਂ ਹੈਗਾ। ਮੈਂ ਤਾਂ ਜੀ 2 ਸਾਲ ਹੋ ਗਏ ਜਿੱਦਣ ਮੇਰਾ ਆਦਮੀ ਗੁਜ਼ਰਾ, ਮੈਂ ਤਾਂ ਜੀ ਮਿੱਟੀ 'ਚ ਮਰਾਈ ਪਈਆਂ। ਮੈਨੂੰ ਐ ਨਹੀਂ ਪਤਾ ਹੈਗਾ ਵੀ ਮੇਰੇ ਨਾਲ ਕੀ ਕੁਛ ਬਣਦਾ, ਮੇਰੇ ਵੈਰੂ ਨੂੰ ਪਤਾ। ਮੈਨੂੰ ਇਹਨਾਂ ਦੀ ਪੋਤੀ ਦਾ ਫੋਨ ਆਇਆ ਸੀ ਕਿ ਮੇਰੀ ਦਾਦੀ ਜੀ ਨੂੰ ਮੇਰੇ ਤਾਇਆ ਜੀ ਬਹੁਤ ਪਰੇਸ਼ਾਨ ਕਰਦੇ ਆ, ਤਾਂ ਮੈਂ ਉਸ ਨੂੰ ਕਿਹਾ ਕਿ ਠੀਕ ਹੈ ਤੂੰ ਮੇਰੀ ਉਹਨਾਂ ਨਾਲ ਗੱਲ ਕਰਾ ਦੇ ਜਾਂ ਮੈਨੂੰ ਆ ਕੇ ਬੇਟੇ ਤੂੰ ਮੋਬਾਈਲ ਤੇ ਸਾਰੀ ਗੱਲ ਦੱਸ। ਅਜੇ ਅਸੀਂ ਇਹ 2 ਦਿਨ ਤੋਂ ਗੱਲ ਕਰ ਹੀ ਰਹੇ ਸੀ ਕਿ ਕੱਲ ਇਹ ਆਪਣੇ ਦਾਦੀ ਜੀ ਨੂੰ ਨਾਲ ਲੈ ਕੇ ਹੀ ਆ ਗਈ ਕਿ ਇਹ ਬਹੁਤ ਪਰੇਸ਼ਾਨ ਹੈਗੇ, ਇਹਨਾਂ ਨੂੰ ਮੇਰੇ ਤਾਇਆ ਜੀ ਨੇ ਘਰੋਂ ਕੱਢਤਾ। ਤਾਂ ਇਹਨਾਂ ਨੇ ਆ ਕੇ ਦੱਸਿਆ ਕਿ ਇੱਕ ਤਾਂ ਇਹ ਕੈਂਸਰ ਪੇਸ਼ੈਂਟ ਹੈ, ਇਹਨਾਂ ਦੇ 3 ਬੇਟੇ ਆ, ਇੱਕ ਬੇਟੇ ਦੀ ਡੈਥ ਹੋ ਗਈ ਹੈ, ਉਹ ਆਪਣਾ ਅਲੱਗ ਰਹਿੰਦੇ ਆ। ਇੱਕ ਬੇਟਾ ਇਹਨਾਂ ਦਾ ਜਿਹੜਾ ਹੈਗਾ ਉਹਨੂੰ ਸੋਹਰਿਓਂ ਜ਼ਮੀਨ ਮਿਲ ਗਈ, ਉਹ ਆਪਣੇ ਘਰ ਰਹਿੰਦਾ। ਤੇ ਜਿਹੜਾ ਵੱਡਾ ਬੇਟਾ ਹੈ ਇਹ ਮਾਤਾ ਜੀ ਉਹਨਾਂ ਕੋਲ ਰਹਿ ਰਿਹਾ, ਉਹਨਾਂ ਨੇ ਇਹਨਾਂ ਨੂੰ ਇੱਕ ਅਲੱਗ ਕਮਰਾ ਦਿੱਤਾ ਹੋਇਆ ਕਾਰਨਰ ਤੇ, ਘਰ ਦੇ ਵਿੱਚ ਨਹੀਂ ਹੈ, ਤਾਂ ਉੱਥੇ ਮਾਤਾ ਜੀ ਰਹਿ ਰਹੇ ਆ।
ਤਾਂ ਇਹ ਅਸੀਂ ਇਹ ਕਹਿੰਦੇ ਆ ਕਿ ਮੈਂ ਆਪਣੀ ਜਵਾਈ ਦੇ ਜਿਹੜੇ ਆਪਣੇ ਕੁੜਮਾਂ ਦੇ ਘਰ ਮੇਰੇ ਰਹਿ ਰਿਹਾ ਪੁੱਤ, ਮੈਂ ਆਪਣੇ ਕੁੜਮਾਂ ਦੇ ਘਰ ਕਿਉਂ ਰਹਾਂ ਵੀ ਜਦੋਂ ਮੇਰਾ ਘਰ ਵਾਲਾ ਇੰਨੀ ਜ਼ਮੀਨ ਜਾਇਦਾਦ ਬਣਾ ਗਿਆ। ਤਾਂ ਇਹਨਾਂ ਨੇ ਉਹ 2 ਸਾਲ ਪਹਿਲੇ ਕਹਿੰਦੇ ਜੀ ਮੇਰੇ ਘਰ ਵਾਲਾ ਵੀ ਕੈਂਸਰ ਪੇਸ਼ੈਂਟ ਸੀ, ਤਾਂ ਮੈਨੂੰ ਮੈਂ ਜਦੋਂ ਵਿਲ ਕਰ ਦਿੱਤੀ 3 ਬੱਚਿਆਂ ਦੇ ਨਾਮ ਤੇ, ਤਾਂ ਉਸਨੇ ਸਾਰੀ ਜ਼ਮੀਨ ਹੜਪ ਲਈ, ਤਾਂ ਮੇਰੇ ਘਰ ਵਾਲੇ ਨੂੰ ਵੀ ਮਾਰ ਕੁੱਟ ਕੇ ਮਾਰ ਦਿੱਤਾ। ਤੇ 2 ਸਾਲ ਤੋਂ ਕਹਿੰਦੇ ਮੈਂ ਮਾਰ ਸਹਿ ਰਹੀ ਹਾਂ। ਹੁਣ ਇੰਨੀ ਕੁ ਹਾਲਤ ਖਰਾਬ ਹੋ ਗਈ ਹੈ ਕਿ ਇਹਨਾਂ ਨੇ ਪੁਲਿਸ ਨੂੰ ਦਿੱਤਾ ਹੋਣਾ, ਸ਼ਾਇਦ ਐਸਡੀਐਮ ਕੋਲ ਗਏ ਹੈ, ਤਾਂ ਜਿਸ ਨੇ ਐਸਡੀਐਮ ਕੋਲੋਂ ਹੋ ਕੇ ਆਪਣੀ ਕੰਪਲੇਂਟ ਕਰਕੇ ਗਏ ਆ, ਤਾਂ ਇਹਨਾਂ ਦੇ ਨੂੰਹ ਪੁੱਤਰ ਨੇ ਕਹਿੰਦੇ ਆ ਕਿ ਮੇਰੀ ਪੋਤੀ ਨੇ ਮੈਨੂੰ ਇੰਨਾ ਮਾਰ ਕੁੱਟ ਕੀਤੀ, ਮੈਨੂੰ ਪਿਸ਼ਾਬ ਪਿਲਾਉਂਦੀ ਹੈ, ਸਿਰ ਤੇ ਮੇਰੇ ਚੱਪਲਾਂ ਮਾਰਦੀ ਹੈ, ਇਵਨ ਇਹਨਾਂ ਦੇ ਪ੍ਰਾਈਵੇਟ ਪਾਰਟਸ ਤੇ ਵੀ ਉਹ ਅਟੈਕ ਕਰਦੇ ਆ ਜੀ। ਬਿਲਕੁਲ ਜੀ, ਜਦੋਂ ਇਹ ਹੁਣ ਕੱਲ ਆਏ ਆ, ਕੱਲ ਤਾਂ ਨਾਲ ਹੀ ਚੇਅਰਪਰਸਨ ਸਾਡੇ ਮਨੀਸ਼ਾ ਗੁਲਾਟੀ ਜੀ ਹੈ, ਮੈਂ ਉਹਨਾਂ ਨਾਲ ਕੰਟੈਕਟ ਕੀਤਾ ਸੀ, ਅਸੀਂ ਲਾਈਵ ਹੋ ਕੇ ਇਹਨਾਂ ਨਾਲ ਉਹਨਾਂ ਨੇ ਸਾਰੀ ਗੱਲ ਸੁਣੀ, ਕਿਉਂਕਿ ਉਹ ਦਿੱਲੀ ਜਾ ਰਹੇ ਸੀ ਤਾਂ ਇਮੀਡੀਏਟ ਇੱਥੇ ਨਹੀਂ ਸੀ ਪਹੁੰਚ ਸਕਦੇ। ਤਾਂ ਹੁਣ ਟਾਈਮ ਫਿਕਸ ਹੋਇਆ ਸਾਡਾ ਟਿਊਜ਼ਡੇ ਨੂੰ, ਅਸੀਂ ਇਹਨਾਂ ਦੇ ਪਿੰਡ ਜਾਵਾਂਗੇ ਤੇ ਪੂਰਾ ਇਨਸਾਫ ਦਿਵਾਵਾਂਗੇ। ਚਾਹਾਂਗੇ ਜੀ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜਾ ਕੇ। ਇੱਥੇ ਅਸੀਂ ਪਟਿਆਲੇ ਐਸਐਸਪੀ ਸਾਹਿਬ ਨਾਲ ਗੱਲ ਹੋਈ ਸੀ ਮੇਰੀ, ਉਹਨਾਂ ਨੇ ਅੱਗੋਂ ਐਸਪੀ ਹੈੱਡਕੁਆਰਟਰ ਕਮਲਪ੍ਰੀਤ ਕੌਰ ਹੈ ਉਹਨਾਂ ਨੂੰ ਕੇਸ ਰੈਫਰ ਕੀਤਾ ਹੈ। ਤਾਂ ਉਹ ਕੋਠੀ ਵੀ ਦੇ ਦੀ, ਜ਼ਮੀਨ ਵੀ ਦੇ ਦੀ, ਸਭ ਕੁਝ ਦੇਤਾ, ਚੀਜ਼ਾਂ ਵੀ, ਕੋਈ ਚੀਜ਼ ਮੈਂ ਰੱਖੀ ਨਹੀਂ ਹੈਗੀ। ਤਾਂ ਅੱਜ ਮੈਨੂੰ ਉੱਤੇ ਨਿਸ਼ਾਨ ਨਹੀਂ ਕਰਦੀ। ਉਹ ਲੱਗਦਾ ਨਹੀਂ ਜਿਸ ਤਰ੍ਹਾਂ ਮਾਵਾ ਹੁੰਦੇ ਨੇ ਕਹਿੰਦੇ ਵੀ ਆ ਮੇਰਾ ਪੁੱਤ ਵੱਡਾ ਹੋਊਗਾ। ਤਾਂ ਕਹਿੰਦਾ ਮਾਂ ਦੀ ਗਾਲ ਕੱਢੇ, ਕਹਿੰਦਾ ਕਿੱਥੋਂ ਆਈਆਂ ਤੂੰ? ਮੈਂ ਕਿਹਾ ਹੁਣ ਮੈਂ ਅੰਦਰ ਮਰ ਜਾਵਾਂ, ਮੈਂ ਕਿਸੇ ਨੂੰ ਦੁੱਖ ਦੱਸਾਂ ਨਾ। ਤੇ ਕਹਿੰਦਾ ਪਿੱਛੇ ਮੁੜ ਜਾ, ਜੇ ਅੱਜ ਤੇ ਕਹਿੰਦਾ ਗੇਟ ਤੋਂ ਬਾਹਰ ਨਿਕਲੀਆਂ ਤਾਂ ਤੈਨੂੰ 4 ਦਿਨ ਗੇਟ ਨਹੀਂ ਖੋਲਦਾ, ਤੇਰਾ ਜਲੂਸ ਕੱਢੂਗਾ ਦਰਵਾਜ਼ੇ ਬਿਠਾ ਕੇ। ਮੈਂ ਜੀ ਉਹੀ ਪੈਰੀ ਫਿਰ ਜਾ ਕੇ ਆਪਦਾ ਫਿਰ ਬਾਗੀ ਪੰਚ ਦੀ, ਫਿਰ ਮੈਂ ਹਨੇਰੇ ਹੋਏ ਛੱਡ ਕੇ ਗਏ, ਹਨੇਰੇ ਹੋਏ ਕੁੰਡਾ ਖਿਲਾ ਕੇ ਤਾਂ ਮੈਂ ਆ ਕੇ ਪਈ। 2-4 ਦਿਨ ਲੰਘੇ ਜੀ, ਤਾਂ ਬਾਥਰੂਮ 'ਚ ਗਈ, ਕੁੜੀ ਨੇ ਮੈਨੂੰ ਧੱਕਾ ਮਾਰਿਆ, ਪੋਤੀ ਨੇ ਮੇਰੀ ਨੇ। ਤਾਂ ਮੈਂ 2-4 ਗਾਂ ਕੱਢੀਆਂ, ਦੁੱਖ ਭਰੀ ਕਹਾਣੀ ਦੱਸੀ ਜਦ, ਤਾਂ ਮੈਨੂੰ ਫਿਰ ਮੁੰਡਾ ਮੇਰਾ ਕਹਿੰਦਾ ਬੜਾ ਉੱਤੇ ਖੜਾ, ਕਹਿੰਦਾ ਅਮਨ, ਕਹਿੰਦਾ ਇਹ ਨਾ ਮਗਜ ਨਾ ਮਾਰਿਆ ਕਰੋ, ਕਹਿੰਦਾ ਇਹਨੂੰ ਕਮਰੇ 'ਚ ਜਾ ਕੇ ਨਾ ਭੜਾਂਗਾ ਕਰਿਆ ਕਰੋ। ਹੋਈ ਸਵੀਤੀ ਜੀ, ਉਦੋਂ ਪਹਿਲਾਂ ਮੈਨੂੰ 3 ਵਾਰ ਕੋਠੀ 'ਚੋਂ ਕੱਢਿਆ, ਚੱਪਲ ਨਾਲ ਕੁੱਟ ਕੇ। ਫਿਰ ਮੈਂ ਪੰਚਾਂ ਦੇ ਬਾਗੀ, ਅਤੇ ਪੰਚਾਂ ਦੇ ਗਈ ਵੀ ਫਿਰ ਮੈਨੂੰ ਉਹੀ ਗੱਲ ਕਹਿੰਦਾ ਤੂੰ ਅੱਜ ਤਾਂ ਫੇਰ ਗਈਆਂ, ਤੈਨੂੰ ਅੰਦਰ ਹੀ ਨਹੀਂ ਵੜਨ ਦੇਣਾ ਹੈਗਾ, ਗੇਟ ਤੋਂ ਬਾਹਰ ਹੀ ਰੱਖੂੰਗਾ। ਫਿਰ ਜੀ ਥੋੜ੍ਹੇ ਚਿਰ ਬਾਅਦ ਫਿਰ ਖੜਕਾ ਤੜਕਾ ਹੋਇਆ 5 ਸਾਲ ਦੇ ਬਾਅਦ, ਤਾਂ ਫਿਰ ਉਹੀ ਕਹਾਣੀ। ਕਹਿੰਦਾ ਅਮਨ ਇਹ ਨਾ ਐਂ ਕਰੋ, ਇਹਦੇ ਨਾਲ ਮਗਜ ਨਾ ਮਾਰਿਆ ਕਰੋ, ਇਹ ਗਾਂ ਕੱਢ ਕੇ ਕਮਰੇ 'ਚ ਬੰਦ ਕਰ ਲਓ ਇਹਨੂੰ, ਇਹਦਾ ਭੜਾਂਗਾ ਕਰੋ ਜਿੰਨਾ ਹੁੰਦਾ। ਅਤੇ ਮੇਰੇ ਜਿਹੜੇ ਪੋਤਾ ਪੋਤੀ ਨੇ, ਛੋਟੇ ਮੁੰਡੇ ਦੇ ਜਿਹੜੇ ਡੈਥ ਹੋ ਗਈ, ਉਹਨਾਂ ਨੂੰ ਵੀ ਨਾਲ ਹੀ ਕਹਿੰਦਾ ਸੀ ਵੀ ਸਾਰੇ ਇਹਨੂੰ ਅੰਦਰ ਵੜ ਕੇ ਕੁੱਟਿਆ ਕਰੋ। ਚਲੋ ਜੀ, ਮੈਂ ਆਪਦਾ ਬਹੁਤ ਔਖਾ ਟਾਈਮ ਕੱਢਿਆ। ਹੁਣ ਤਾਂ ਮੈਂ ਬਹੁਤ ਔਖੀ ਹੋਈ ਪਈਆਂ। ਮੇਰੀ ਬਿਜਲੀ ਲਾਈਟ ਮੇਰੀ ਬੰਦ 4 ਮਹੀਨੇ ਹੋ ਗਏ, ਮੀਟਰ ਫੱਟੇ ਨੂੰ, ਅਤੇ ਇਹਨਾਂ ਨੇ ਆਪਦਾ ਮੀਟਰ ਅੱਡ ਲਵਾ ਲਿਆ, ਬਿੱਲ ਨਹੀਂ ਭਰਿਆ ਹੈਗਾ, ਅੱਡ ਮੀਟਰ ਲਵਾ ਕੇ ਮੇਰੀ ਲਾਈਟ ਕੱਟਦੀ। 4 ਮਹੀਨੇ ਹੋ ਗਏ ਮੈਂ ਪੱਖਾ ਝੱਲ ਕੇ ਆਪਦਾ ਦਿਨ ਰਾਤ ਗੁਜ਼ਾਰਾ ਕਰਦੀ ਹਾਂ, ਅਤੇ ਮੇਰੀ ਕੋਈ ਨਹੀਂ ਸੁਣਦਾ, ਕੋਈ ਪੰਚ ਨਹੀਂ ਸੁਣਦਾ, ਕੋਈ ਸਰਪੰਚ ਨਹੀਂ ਸੁਣਦਾ, ਅਤੇ ਕੋਈ ਪੁਲਿਸ ਵਾਲੇ ਨਹੀਂ ਸੁਣਦੇ। ਐਕਸੀਡੈਂਟ ਦੇ ਗਈ 4 ਮਹੀਨੇ ਤੇ 1 ਮਹੀਨਾ ਹੋ ਗਿਆ ਧੱਕੇ ਖਾਂਦੀ ਨੂੰ, ਅਤੇ ਉੱਥੇ ਨਹੀਂ ਮੇਰੀ ਸੁਣਵਾਈ ਕੋਈ ਹੋਈ ਹੈਗੀ। ਬਾਕੀ ਜੀ ਡੰਡਾ ਛੋਟੇ ਨਾਲ ਮੈਨੂੰ ਕੁੱਟਦੇ ਨੇ, ਰੋਜ਼ ਮੈਨੂੰ ਪਰੇਸ਼ਾਨ ਕਰਦੇ ਵੀ ਇੱਥੋਂ ਭੱਜ ਜਾ, ਤੂੰ ਇੱਥੇ ਰਹਿਣਾ ਨਹੀਂ। ਹੁਣ ਮੈਨੂੰ 6 ਵਜੇ ਸ਼ਾਮ ਦੇ ਕੱਢਿਆ, ਪਰਸੋਂ ਵਾਸਰੂਮ ਕਰਾਇਆ, ਅਤੇ ਨਾਲ ਹੀ ਨੂੰ ਭਾਈ ਮੇਰੇ ਬਾਲੀਆਂ ਕੱਢਦੀਆਂ। ਹਾਂਜੀ, ਕਹਿੰਦੇ ਜਦੋਂ ਮੇਰੇ ਨਾਲ ਇਹ ਕੁਛ ਬਣਦਾ ਕਿੱਥੇ ਵਗ ਜਾ ਮੈਂ, ਉਹੀ ਮੁੰਡਾ ਮੇਰਾ ਸਭ ਕੁਛ ਸਹਾਰਾ ਬਣਿਆ ਹੋਇਆ, ਸਭ ਕੁਛ ਦਿੰਦਾ ਮੈਨੂੰ। 5 ਮਹੀਨੇ 1 ਮਹੀਨੇ ਮੇਰੀ 3,000 ਦੀ ਦਵਾਈ ਆ, 2,000 ਦਾ ਮੇਰਾ ਦੁੱਧ ਆ, ਬਾਕੀ ਹੋਰ ਖਰਚਾ ਪਤਾ ਤੁਸੀਂ ਆਪੇ ਹੀ ਜਾਣਦੇ ਹੋ ਵੀ ਕੀ ਕੁਛ ਹੁੰਦਾ ਘਰ 'ਚ। ਦੇਖ ਲਓ ਤੁਸੀਂ, ਇੱਕ ਕਾਣੀ ਕੌਡੀ ਮੈਨੂੰ 2 ਮਹੀਨਿਆਂ ਵਿੱਚ ਦੀ, ਇੱਕ ਕਾਣੀ ਕੌਡੀ ਮੇਰੇ ਛਿੱਤਰ ਮਾਰਦੇ ਨੇ, ਮੇਰੇ ਜੁੱਤੀਆਂ ਦਿਖਾਉਂਦੇ ਨੇ, ਤੈਨੂੰ ਰੋਟੀਆਂ ਦੇਈਏ, ਆ ਜਾ ਤੈਨੂੰ ਰੋਟੀਆਂ ਦੇਈਏ, ਤੇਰਾ ਹੈ ਜਿਹੜਾ ਆਪਦਾ ਉਹ ਆ ਸੜੇ ਮਾ ਖਾਣਾ ਸਾਡਾ ਖਰੀਦਿਆ ਹੋਇਆ, ਤੂੰ ਜਿੱਥੇ ਮਰਜ਼ੀ ਧੱਕੇ ਖਾਂਦੀ ਫਿਰ, ਤੈਨੂੰ ਕੁਛ ਨਹੀਂ ਮਿਲਦਾ ਹੈਗਾ, ਸਭ ਕੁਛ ਅਸੀਂ ਸੰਭਾਂਗੇ। ਮੇਰੀ ਨੂੰਹ ਵੀ ਔਰ ਮੁੰਡਾ ਵੀ ਇਹੋ ਜਿਹੇ ਲਫ਼ਜ਼ ਬੋਲਦੇ ਨੇ ਮੈਨੂੰ, ਮੈਂ ਕਹਿੰਦੀ ਵੀ ਇਹਦੇ ਨਾਲ ਤਾਂ ਮੈਂ ਫਰਜ਼ ਉਹ ਵਧੀਆ। ਮੈਂ ਫਿਰ ਦੇਖਦੀ ਹਾਂ ਵੀ ਜੇ ਮੈਂ ਮਰ ਕੇ ਫਿਰ ਦੇਖੂਗਾ ਕੌਣ, ਇਹਨਾਂ ਨੂੰ ਪਾਣੀ ਵੀ ਮੈਂ ਦੇਖ ਲਵਾਂ, ਦਿਖਾ ਲਏ ਵੈਰੂ ਮੈਨੂੰ। ਕੈਂਸਰ ਆ ਮੈਨੂੰ, ਪਹਿਲਾਂ ਮੇਰੇ ਘਰ ਆ ਮੁੱਕਿਆ, ਉਹ ਕੁੱਟ ਮਾਰਤਾ ਇਹਨਾਂ ਨੇ ਕੈਂਸਰ ਦੀ ਉਹਨੂੰ, ਅਤੇ ਹੁਣ 2 ਸਾਲ ਹੋ ਗਏ ਮੈਨੂੰ ਕੁੱਟ ਮਾਰਦੇ ਨੇ। ਕਹਿੰਦੇ ਸਾਨੂੰ ਦਿਖਣੀ ਨਹੀਂ ਚਾਹੀਦੀ, ਤੂੰ ਅੱਖਾਂ ਦੇ ਪਰਾਂ ਵਗ ਜਾ, ਆਪਦੇ ਖਾਸਮ ਕੋਲ ਜਾ।